ਆਪਾਂ ਕਹਿੰਦੇ ਪ੍ਰੋਸੀਜਰਲ ਲੈਂਗੁਏਜ ਹੈ, ਉਸ ਦੇ ਵਿੱਚ ਕੀ ਕ੍ਰੀਏਟ ਕੀਤੇ ਜਾਂਦੇ ਆ ਆਪਣੇ ਫੰਕਸ਼ਨਸ। ਫੰਕਸ਼ਨ ਦਾ ਬੇਸਿਕ ਪਰਪਸ ਕੀ ਹੈ? ਜੇ ਆਪਾਂ ਫੰਕਸ਼ਨ ਕਹਿੰਦੇ ਆ ਵੀ ਅਸੀਂ ਫੰਕਸ਼ਨਸ ਕ੍ਰੀਏਟ ਕਰਨੇ ਆ, ਫੰਕਸ਼ਨ ਦਾ ਪਰਪਸ ਕੀ ਹੈ ਵੀ ਜੋ ਕੋਡ ਹੈ ਉਸ ਨੂੰ ਇੱਕ ਵਾਰ ਲਿਖ ਕੇ ਕਾਫੀ ਟਾਈਮਸ ਯੂਜ਼ ਕਰਨਾ ਹੈ, ਠੀਕ ਹੈ ਨਾ। ਰਾਈਟ ਵਨਸ ਯੂਜ਼ ਮੈਨੀ, ਰਾਈਟ ਵਨਸ ਯੂਜ਼ ਮੈਨੀ ਟਾਈਮ। ਹੁਣ ਜੋ ਦੋ ਮੇਨ ਐਪਲੀਕੇਸ਼ਨਸ ਜਾਂ ਆਪਾਂ ਕਹੀਏ ਦੋ ਮੇਨ ਮੋਟਿਵ ਫੰਕਸ਼ਨਸ ਬਣਾਉਂਦੇ ਕਿਉਂ ਹੈ? ਇੱਕ ਪਹਿਲਾ ਤਾਂ ਹੈ ਇੱਕ ਪ੍ਰੋਬਲਮ ਵੱਡੀ ਹੈ, ਉਸ ਨੂੰ ਪਾਰਟਸ ਦੇ ਵਿੱਚ ਵੰਡਦੇ ਆ, ਇਹ ਇੱਕ ਉਹਦਾ ਮੋਟਿਵ ਹੈ। ਦੂਸਰਾ ਮੋਟਿਵ ਕੀ ਹੈ ਫੰਕਸ਼ਨਸ ਦਾ? ਇੱਕ ਵਾਰ ਕੋਡ ਲਿਖ ਕੇ ਉਸ ਨੂੰ ਬਾਰ-ਬਾਰ ਯੂਜ਼ ਕਰਨਾ ਹੈ। ਰਾਈਟ ਵਨਸ ਯੂਜ਼ ਮੈਨੀ ਟਾਈਮ, ਵੀ ਇੱਕ ਵਾਰ ਆਪਾਂ ਕੋਡ ਲਿਖਾਂਗੇ ਉਸ ਨੂੰ ਆਪਾਂ ਬਾਰ-ਬਾਰ ਯੂਜ਼ ਕਰ ਸਕਦੇ ਆ, ਕਿਸ ਨੂੰ? ਵਿਦ ਦੀ ਹੈਲਪ ਆਫ ਫੰਕਸ਼ਨਸ। ਹੁਣ ਜੋ ਫੰਕਸ਼ਨਸ ਹੈ ਉਹ ਦੋ ਤਰ੍ਹਾਂ ਦੇ ਹੁੰਦੇ ਆ ਆਪਣੇ ਕੋਲ, ਇੱਕ ਇਨਬਿਲਟ, ਇੱਕ ਯੂਜ਼ਰ ਡਿਫਾਈਨ, ਠੀਕ ਹੈ। ਇਹਨਾਂ ਦੀ ਡਿਟੇਲ ਜੋ ਹੈ ਇਹ ਮੈਂ ਤੁਹਾਨੂੰ ਲਿੰਕ ਸੈਂਡ ਕੀਤਾ ਸੀ, C++ ਦੇ ਵਿੱਚ ਆਪਾਂ ਫੰਕਸ਼ਨਸ ਵਾਲਾ ਇੱਕ ਟੌਪਿਕ ਦਾ ਤੁਹਾਨੂੰ ਮੈਂ ਲਿੰਕ ਸੈਂਡ ਕੀਤਾ ਸੀ ਚੈਟ ਦੇ ਵਿੱਚ ਜਾਂ ਡਿਸਕ੍ਰਿਪਸ਼ਨ 'ਚ, ਮੈਂ ਦੁਬਾਰਾ ਪੇਸਟ ਕਰ ਦੂੰਗਾ, ਠੀਕ ਹੈ। ਉਸ ਨੂੰ ਜ਼ਰੂਰ ਦੇਖ ਲੈਣਾ ਡਿਟੇਲ 'ਚ ਕਰਨ ਦੇ ਲਈ। ਹੁਣ ਇਨਬਿਲਟ ਉਹ ਫੰਕਸ਼ਨਸ ਹੈ ਜੋ ਪਹਿਲਾਂ ਹੀ ਬਣੇ ਹੋਏ ਹੈ, ਯੂਜ਼ਰ ਡਿਫਾਈਨ ਉਹ ਹੈ ਜੋ ਅਸੀਂ ਬਣਾਵਾਂਗੇ। ਜਿਵੇਂ ਆਪਾਂ ਲਾਸਟ ਕਲਾਸ ਦੇ ਵਿੱਚ ਕੀਤਾ ਸੀ, ਸਟ੍ਰਿੰਗ ਫੰਕਸ਼ਨਸ ਕੀਤੇ ਸੀ, ਸਟ੍ਰਿੰਗ ਲੈਂਥ ਫਾਈਂਡ ਕਰਨਾ ਹੈ, ਸਟ੍ਰਿੰਗ ਰਿਵਰਸ ਕਰਨਾ ਹੈ, ਸਟ੍ਰਿੰਗ ਕਾਪੀ ਕਰਨਾ ਹੈ, ਉਹ ਕਿਹੜੇ ਫੰਕਸ਼ਨ ਹੈ? ਸਾਡੇ ਇਨਬਿਲਟ ਫੰਕਸ਼ਨਸ ਹੈ। ਹੁਣ ਅਸੀਂ ਆਪਣੇ ਫੰਕਸ਼ਨਸ ਵੀ ਬਣਾ ਸਕਦੇ ਹਾਂ, ਉਹਨਾਂ ਨੂੰ ਅਸੀਂ ਕਹਾਂਗੇ ਯੂਜ਼ਰ ਡਿਫਾਈਨ ਫੰਕਸ਼ਨ, ਮਤਲਬ ਉਹਨਾਂ ਦੀ ਵਰਕਿੰਗ ਸਾਡੇ ਤੇ ਡਿਪੈਂਡ ਹੈ। ਹੁਣ ਸਾਡਾ ਕੋਈ ਕੋਡ ਹੈ, ਜਿਵੇਂ ਸਪੋਜ਼ PHP ਦਾ ਕੋਡ ਹੈ, ਇਸ ਦੇ ਵਿੱਚ ਆਪਾਂ ਇੱਕ ਬਲੌਕ ਬਣਾ ਲਾਂਗੇ ਜਿਸ ਨੂੰ ਆਪਾਂ ਕਹਾਂਗੇ ਇਹ ਕੀ ਹੈ? ਸਾਡਾ ਫੰਕਸ਼ਨ ਹੈ। ਫੰਕਸ਼ਨ ਕ੍ਰੀਏਟ ਕਰਨ ਦੇ ਲਈ ਸਾਡੇ ਕੋਲ ਕੀਵਰਡ ਹੈ ਫੰਕਸ਼ਨ, ਫੰਕਸ਼ਨ ਦੈਨ ਫੰਕਸ਼ਨ ਨੇਮ, ਉਸ ਤੋਂ ਬਾਅਦ ਪੈਰੇਂਥੀਸਿਸ, ਇਹ ਸਾਡਾ ਕੀ ਹੈ? ਫੰਕਸ਼ਨ ਬਣੂਗਾ ਜੋ ਉਸਦਾ ਸਿੰਟੈਕਸ ਹੋਊਗਾ, ਠੀਕ ਹੈ। ਫੰਕਸ਼ਨ ਦੇ ਵਿੱਚ ਅਸੀਂ ਆਰਗੂਮੈਂਟ ਵੀ ਪਾਸ ਕਰ ਸਕਦੇ ਹਾਂ, ਜਿਸ ਨੂੰ ਪੈਰਾਮੀਟਰ ਵੀ ਬੋਲਦੇ ਆ, ਜਿਸ ਦੀ ਡਿਟੇਲ ਤੁਸੀਂ C++ ਵਾਲੇ ਉਹਦੇ ਵੀਡੀਓਜ਼ ਦੇ ਵਿੱਚ ਧਿਆਨ ਨਾਲ ਦੇਖ ਲਿਓ ਅਗਰ ਕਿਸੇ ਨੂੰ ਕੋਈ ਕਨਫਿਊਜ਼ਨ ਹੈ, ਠੀਕ ਹੈ। ਵੀ ਆਰਗੂਮੈਂਟ ਬੇਸਿਕਲੀ ਕੀ ਹੈ? ਸਪੋਜ਼ ਆਪਾਂ ਕਹੀਏ ਦੋ ਫੰਕਸ਼ਨਸ ਹੈ, ਇਹ ਫੰਕਸ਼ਨ ਆਪਸ 'ਚ ਕਿਵੇਂ ਕਮਿਊਨੀਕੇਟ ਕਰਦੇ ਹੈ? ਵਿਦ ਦੀ ਹੈਲਪ ਆਫ ਆਰਗੂਮੈਂਟਸ, ਠੀਕ ਹੈ। ਇਸ ਫੰਕਸ਼ਨ ਨੇ ਇਸ ਨੂੰ ਮੈਸੇਜ ਭੇਜਣਾ ਤਾਂ ਉਹ ਆਰਗੂਮੈਂਟ ਦੇ ਥਰੂ ਭੇਜੂਗਾ, ਮਤਲਬ ਫੰਕਸ਼ਨ ਦਾ ਜਿਹੜਾ ਨੇਮ ਹੈ ਇਸ ਪੈਰੇਂਥੀਸਿਸ ਦੇ ਵਿੱਚ ਅਸੀਂ ਉਹ ਆਰਗੂਮੈਂਟ ਲਿਖਾਂਗੇ ਵੀ ਉਹਨੇ ਕੀ ਵੈਲਿਊ ਦੂਜੀ ਜਗ੍ਹਾ ਭੇਜਣੀ ਹੈ, ਜਾਂ ਜਦੋਂ ਵੈਲਿਊ ਵਾਪਸ ਜਾਂਦੀ ਹੈ ਉਸ ਨੂੰ ਕਹਿੰਦੇ ਆ ਰਿਟਰਨ। ਇਹ ਦੋ ਮੈਥਡ ਹੈ ਕਮਿਊਨੀਕੇਸ਼ਨ ਦੇ ਫੰਕਸ਼ਨਸ ਦੇ ਵਿੱਚ। ਜਦੋਂ ਵੈਲਿਊ ਜੇ ਆਪਾਂ ਕਹੀਏ ਜਿਹਨੂੰ ਕਾਲ ਕੀਤਾ ਜਾ ਰਿਹਾ ਉਹਦੇ ਵਿੱਚ ਜਾ ਰਹੀਆਂ, ਉਹਨੂੰ ਆਰਗੂਮੈਂਟ ਹੈ। ਜਿਹੜਾ ਕਾਲ ਕੀਤਾ ਗਿਆ ਫੰਕਸ਼ਨ ਜਦੋਂ ਵਾਪਸ ਵੈਲਿਊ ਭੇਜਦਾ ਹੈ, ਠੀਕ ਹੈ ਨਾ, ਜਿੱਥੋਂ ਉਸ ਨੂੰ ਕਾਲ ਕੀਤਾ ਗਿਆ ਸੀ ਉਸ ਨੂੰ ਆਪਾਂ ਬੋਲਦੇ ਹਾਂ ਰਿਟਰਨ ਟਾਈਪ। ਹੁਣ ਸਪੋਜ਼ ਜਿਵੇਂ ਆਪਾਂ ਗੱਲ ਕਰਦੇ ਹਾਂ, ਆਪਾਂ ਕੋਈ ਫੰਕਸ਼ਨ ਬਣਾਇਆ, ਫੰਕਸ਼ਨ ਨੇਮ, ਆਰਗੂਮੈਂਟ ਆਪਸ਼ਨਲ ਹੈ, ਇੱਥੇ ਅਸੀਂ ਮੈਸੇਜ ਕੋਈ ਪ੍ਰਿੰਟ ਕਰਾਤਾ ਹੈਲੋ ਵਰਲਡ, ਠੀਕ ਹੈ। ਹੁਣ ਇਹ ਫੰਕਸ਼ਨ ਜੋ ਹੈ ਇਹ ਫੰਕਸ਼ਨ ਆਪਣੇ ਆਪ ਨਹੀਂ ਚੱਲੂਗਾ, ਇਸ ਨੂੰ ਸਾਨੂੰ ਕੀ ਕਰਨਾ ਪਊਗਾ? ਕਾਲ ਕਰਨਾ ਪਊਗਾ। ਇਸ ਨੂੰ ਸਾਨੂੰ ਕੀ ਕਰਨਾ ਪਊਗਾ? ਕਾਲ ਕਰਨਾ ਪਊਗਾ। ਕਾਲ ਕਿਵੇਂ ਕਰਾਂਗੇ? ਸਿੰਪਲ ਫੰਕਸ਼ਨ ਨੇਮ ਦੇ ਨਾਲ, ਫੰਕਸ਼ਨ ਨੇਮ ਜਿਵੇਂ ਬਣਾਇਆ, ਲਾਈਕ ਇਹ ਫੰਕਸ਼ਨ ਦੇਖੋ, ਇੱਕ PHP ਫੰਕਸ਼ਨ 1 ਬਣਾਇਆ, ਇਕੋ ਕੀ ਲਿਖਿਆ? ਹੈਲੋ ਵਰਲਡ। ਮੈਸੇਜ ਕੀ ਲਿਖਿਆ? ਸਿੰਪਲ ਹੈਲੋ ਵਰਲਡ। ਫੰਕਸ਼ਨ 1 ਦੇ ਵਿੱਚ ਕੀ ਕੀਤਾ ਆਪਾਂ? ਉਸ ਨੂੰ ਕਲੋਜ਼ ਕਰਤਾ, ਦੈਨ ਉਹਦੀ ਬ੍ਰੈਕਟ ਕੀ ਕਰਤੀ ਆਪਾਂ? ਕਲੋਜ਼ ਕੀਤੀ, ਜਿੱਥੇ ਉਹਨੂੰ ਕਾਲ ਕਰਨਾ। ਇਹ ਕੀ ਹੈ? ਫੰਕਸ਼ਨ ਕਾਲਿੰਗ ਹੈ। ਇਹ ਕੀ ਹੈ? ਫੰਕਸ਼ਨ ਡੈਫੀਨੇਸ਼ਨ। ਇਹ ਉਹ ਚੀਜ਼ ਹੈ ਜਿਹੜੀ ਫੰਕਸ਼ਨ ਅਸੀਂ ਬਣਾਇਆ, ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਸਟੇਟਮੈਂਟਸ ਵੀ ਹੋ ਸਕਦੀਆਂ, ਜਿੰਨੀਆਂ ਮਰਜ਼ੀ ਆਪਾਂ ਸਟੇਟਮੈਂਟਸ ਲਿਖ ਲਓ, ਠੀਕ ਹੈ। ਜਿਹੜੀ ਡੈਕਲੇਰੇਸ਼ਨ ਹੈ ਉਹ ਇੱਕ ਵਾਰ ਕਰਦੇ ਆ ਫੰਕਸ਼ਨ ਦੀ, ਜਿਹੜੀ ਕਾਲਿੰਗ ਹੈ ਉਹ ਜਿੰਨੀ ਵਾਰ ਮਰਜ਼ੀ ਹੋ ਸਕਦੀ ਹੈ, ਠੀਕ ਹੈ ਨਾ। ਹੁਣ ਫੰਕਸ਼ਨ ਕਾਲਿੰਗ ਦਾ ਇਹੀ, ਫੰਕਸ਼ਨ ਦਾ ਇਹੀ ਮਤਲਬ ਸੀ ਵੀ ਇੱਕ ਵਾਰ ਲਿਖ ਕੇ ਉਸ ਨੂੰ ਬਾਰ-ਬਾਰ ਯੂਜ਼ ਕਰਨਾ,
ਇੱਕ ਵਾਰ ਲਿਖ ਕੇ ਉਸਨੂੰ ਬਾਰ-ਬਾਰ ਆਪਾਂ ਕੀ ਕਰ ਰਹੇ ਹਾਂ, ਯੂਜ਼ ਕਰ ਰਹੇ ਹਾਂ। ਇਸ ਨੂੰ ਅਸੀਂ ਕੀ ਕਹਿੰਦੇ ਆ, ਫੰਕਸ਼ਨ ਕਾਲਿੰਗ, ਜਿਹੜਾ ਇਹ ਚੀਜ਼ ਜਿੱਥੇ ਉਹਨੂੰ ਵਰਤਿਆ ਜਾ ਰਿਹਾ। ਜਿਵੇਂ ਸਪੋਜ਼ ਇੱਕ ਮੈਂ ਫੰਕਸ਼ਨ ਬਣਾ ਲਵਾਂ, ਇਹ ਠੀਕ ਹੈ, ਫੰਕਸ਼ਨ ਕ੍ਰੀਏਟ ਕਰ ਲਿਆ ਮੈਂ, ਇਹ ਇਸ ਨੂੰ ਆਪਾਂ ਕੰਪਾਈਲ ਕਰਦੇ ਹਾਂ, ਉਸ ਦੀ ਕੋਈ ਆਊਟਪੁੱਟ ਨਹੀਂ ਆਊਗੀ, ਕਿਉਂਕਿ ਫੰਕਸ਼ਨ ਅਸੀਂ ਕ੍ਰੀਏਟ ਤਾਂ ਕਰ ਲਿਆ ਹੈ ਪਰ ਉਸਨੂੰ ਕਾਲ ਨਹੀਂ ਕੀਤਾ ਹੈ। ਕਾਲ ਕਰਨ ਤੋਂ ਬਿਨਾ ਆਊਟਪੁੱਟ ਨਹੀਂ ਆਉਂਦੀ, ਉਹ ਫੰਕਸ਼ਨ ਬਣਿਆ ਹੋਇਆ ਪਰ ਉਹਨੂੰ ਯੂਜ਼ ਨਹੀਂ ਕੀਤਾ ਹੋਇਆ। ਇੱਥੇ ਕਾਲ ਕਰਾਂਗੇ ਫਿਰ ਉਹਦੀ ਆਊਟਪੁੱਟ ਆਊਗੀ ਹੈਲੋ ਵਰਡ ਬਾਏ, ਹੈਲੋ ਵਰਡ ਬਾਏ, ਹੈਲੋ ਵਰਡ ਬਾਏ, ਹੈਲੋ ਵਰਡ ਬਾਏ। ਠੀਕ ਹੈ ਨਾ, ਇਹ ਇੱਕ ਸਿੰਪਲ ਐਗਜ਼ਾਮਪਲ ਹੈ ਆਪਣੀ ਫੰਕਸ਼ਨ ਦੀ। ਇਹ ਮੈਂ ਚੈਟ ਦੇ ਵਿੱਚ ਪੇਸਟ ਕਰ ਰਿਹਾ। 1 ਮਿੰਟ ਲੈ ਕੇ ਪਹਿਲਾਂ ਇਹ ਥੋੜਾ ਜਿਹਾ ਦੇਖੋ, ਫਿਰ ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਜੇ ਆਪਾਂ ਇੱਕ ਫੰਕਸ਼ਨ ਬਣਾਇਆ, ਉਸਨੂੰ ਬਾਰ-ਬਾਰ ਕਾਲ ਕਰ ਰਹੇ ਹਾਂ। ਦੈਨ ਦੂਸਰਾ ਕੀ ਹੈ, ਅਸੀਂ ਇਸ ਫੰਕਸ਼ਨ 'ਚ ਵੈਲਿਊ ਭੇਜ ਸਕਦੇ ਹਾਂ। ਜਿਵੇਂ ਮੈਂ ਭੇਜਦਾ ਦੂਜੀ ਵੈਲਿਊ ਭੇਜਤੀ ਸ਼ਾਮ, ਇੱਥੇ ਭੇਜਤੀ ਅਨਿਲ। ਹੁਣ ਜਦੋਂ ਇਹ ਫੰਕਸ਼ਨ ਆਪਾਂ ਇੱਥੇ ਬਣਾਇਆ, ਇੱਥੇ ਆਪਾਂ ਵੈਲਿਊ ਸੈਂਡ ਕਰ ਰਹੇ ਹਾਂ, ਜਿਸ ਮੀਨਸ ਇੱਥੇ ਵੀ ਇੱਕ ਵੇਰੀਏਬਲ ਹੋਣਾ ਚਾਹੀਦਾ। ਮੈਂ ਲਿਖਤਾ ਐਫ ਨੇਮ, ਮਤਲਬ ਰਾਮ ਕਿਸ ਦੇ ਵਿੱਚ ਚਲ ਗਿਆ, ਐਫ ਨੇਮ ਦੇ ਵਿੱਚ। ਅਗਲੀ ਲਾਈਨ ਦੇ ਵਿੱਚ ਸ਼ਾਮ ਐਫ ਨੇਮ ਦੇ ਵਿੱਚ, ਅਗਲੀ ਲਾਈਨ ਦੇ ਵਿੱਚ ਅਨਿਲ ਐਫ ਨੇਮ ਦੇ ਵਿੱਚ। ਆਪਾਂ ਇੱਥੇ ਸਿੰਪਲ ਪ੍ਰਿੰਟ ਕਰ ਦਿੰਦੇ ਹਾਂ ਹੈਲੋ। इसमें एग्जीक्यूट करके देखते हैं हम, ठीक है ना। हेलो राम, हेलो श्याम, हेलो अनिल। बेसिकली है की है, हुण ये ਅਸੀਂ ਫੰਕਸ਼ਨ ਨੂੰ ਕਾਲਿੰਗ ਟਾਈਮ ਦੇ ਨਾਲ ਨਾਲ ਉਸ ਦੇ ਵਿੱਚ ਵੈਲਿਊ ਵੀ ਪ੍ਰੋਵਾਈਡ ਕਰਦੇ ਹਾਂ। ਇਸ ਨੂੰ ਬੋਲਦੇ ਆ ਆਰਗੂਮੈਂਟਸ ਜਾਂ ਪੈਰਾਮੀਟਰਸ। ਠੀਕ ਹੈ ਵੀ, ਆਰਗੂਮੈਂਟਸ ਜਾਂ ਪੈਰਾਮੀਟਰ ਜਿਹੜੇ ਅਸੀਂ ਇੱਕ ਫੰਕਸ਼ਨ ਤੋਂ ਦੂਸਰੇ ਫੰਕਸ਼ਨ ਤੇ ਸੈਂਡ ਕਰਦੇ ਆ। ਫੰਕਸ਼ਨ ਨਾਮ ਕੀ ਰੱਖਿਆ ਆਪਾਂ, ਫੰਕਸ਼ਨ 1। ਹੁਣ ਜਿਹੜੇ ਇਹ ਆਰਗੂਮੈਂਟਸ ਹੈ, ਇਸ ਦੇ ਵਿੱਚ ਅਸੀਂ ਸਪੋਜ਼ ਅਸੀਂ ਐਡੀਸ਼ਨ ਦਾ ਪ੍ਰੋਗਰਾਮ ਬਣਾਈਏ, 10 20 30 40 30 30। ਦਿਸ ਮੀਨਸ ਉੱਪਰ ਵੀ ਦੋ ਵੈਲਿਊਜ਼ ਹੋਣੀਆਂ ਚਾਹੀਦੀਆਂ, A $B। $C ਦੇ ਵਿੱਚ ਆਪਾਂ ਕੀ ਕਰ ਲੈਂਦੇ ਆ, is equal to $A plus $B। ਪ੍ਰਿੰਟ ਕਰ ਦਿੰਦੇ ਆ ਆਪਾਂ C। ਇਸ ਦੇ ਵਿੱਚ ਹੁਣ ਅਸੀਂ ਕੀ ਪ੍ਰੋਵਾਈਡ ਕੀਤੇ ਆ, ਇੰਟੀਜ਼ਰ ਵੈਲਿਊ ਪਾਸ ਕੀਤੀਆਂ, ਇੱਕ ਤੋਂ ਜ਼ਿਆਦਾ ਵੈਲਿਊਜ਼ ਵੀ ਪਾਸ ਕਰ ਸਕਦੇ ਹਾਂ। ਠੀਕ ਹੈ, ਜਦੋਂ 10 20 ਪਾਸ ਕੀਤਾ ਹੈ, E ਦੀ ਵੈਲਿਊ 10, B ਦੀ 20, C ਕਿੰਨਾ ਆ ਗਿਆ 30। ਦੈਨ 30 + 40 70, 30 + 30 60। ਅਗਰ ਮੈਂ ਇੱਥੇ ਪੁਆਇੰਟਸ ਦੀ ਵੈਲਿਊ ਪਾਸ ਕਰਦਾ, ਇਸ ਤਰੀਕੇ, ਠੀਕ ਹੈ। ਹੁਣ ਉਸਨੇ ਸਟ੍ਰਿੰਗ ਨੂੰ ਤਾਂ ਉਹਦਾ ਆਨਸਰ ਠੀਕ ਹੈ 10 + 20 30, 30 + 40.5 70.5, ਪਰ ਉਸਨੇ ਇਸ ਨੂੰ ਨਹੀਂ ਨਾ, ਹੈਲੋ ਨੂੰ ਨਹੀਂ ਨਾ ਕਨਵਰਟ ਕੀਤਾ। ਹੈਲੋ ਦਾ ਤਾਂ ਕੁਛ ਹੋ ਨਹੀਂ ਸਕਦਾ, ਬਟ ਫਿਰ ਵੀ ਉਸਨੇ 30 + 30 60 ਆਨਸਰ ਦਿਖਾਤਾ। ਠੀਕ ਹੈ ਨਾ। ਚਲੋ ਆਪਾਂ ਇਸ ਨੂੰ ਬਾਅਦ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਇਹ ਗੱਲ ਹੈ। ਹੁਣ ਇੱਕ ਤਾਂ ਹੈ ਵੀ ਇਹ ਅਸੀਂ ਵੈਲਿਊਜ਼ ਪਾਸ ਕੀਤੀਆਂ, ਇੰਟੀਜ਼ਰ ਕਰਤੀਆਂ, ਫਲੋਟ ਕਰਤੀਆਂ। ਠੀਕ ਹੈ, ਹੁਣ ਜਿਸ ਟਾਈਪ ਦਾ ਡੇਟਾ ਹੁੰਦਾ ਉਸ ਟਾਈਪ ਦੀ ਆਪਾਂ ਵੈਲਿਊ ਪ੍ਰੋਵਾਈਡ ਕਰ ਸਕਦੇ ਹਾਂ ਉਸ ਦੇ ਵਿੱਚ। ਪਲੱਸ ਅਸੀਂ ਇਸ ਦੇ ਨਾਲ ਉਹਨਾਂ ਦੀ ਡੇਟਾ ਟਾਈਪ ਲਿਖ ਵੀ ਸਕਦੇ ਹਾਂ ਵੀ ਕਿਸ ਟਾਈਪ ਦਾ ਡੇਟਾ ਟਾਈਪ ਹੈ। ਜਿਵੇਂ ਸਿੰਪਲ ਆਪਾਂ ਕਹੀਏ, ਜਿਵੇਂ ਆਪਾਂ ਇਸ ਦੇ ਵਿੱਚ ਚੇਂਜਸ ਕਰਦੇ ਹਾਂ, ਇੰਟ A ਇੰਟ B। ਠੀਕ ਹੈ, ਹੁਣ ਉਹਨੇ 40.5 ਨੂੰ ਕਿਸ 'ਚ ਕਨਵਰਟ ਕਰਤਾ, ਇੰਟ 'ਚ ਕਨਵਰਟ ਕਰਤਾ। ਕਿਸ ਦੇ, ਕਦੋਂ, ਜਦੋਂ ਅਸੀਂ ਪਰਟੀਕੂਲਰ ਵੈਲਿਊਜ਼ ਪ੍ਰੋਵਾਈਡ ਕਰ ਰਹੇ ਹਾਂ ਵੀ ਮੈਂ ਉਹਦਾ ਟਾਈਪ ਦੇਤਾ। ਅਗਰ ਮੈਂ ਇੱਥੇ ਇੰਟ ਨਹੀਂ ਦਿੱਤਾ, ਦਿਸ ਮੀਨਸ ਹੈ
ਉਹ ਡੇਟਾ ਟਾਈਪ ਕਿਹੜਾ ਹੋ ਜਾਂਦਾ ਹੈ, ਜਿਹੜੀ ਜਿਸ ਤਰ੍ਹਾਂ ਦੀ ਅਸੀਂ ਵੈਲਿਊ ਪ੍ਰੋਵਾਈਡ ਕਰ ਰਹੇ ਹਾਂ ਉਸ ਦੇ ਵਿੱਚ। ਜਿਵੇਂ ਇਸ ਤਰੀਕੇ 70.5 ਹੈ, ਕਿਤੇ ਡਬਲ ਅਸੀਂ ਵੈਲਿਊ ਪ੍ਰੋਵਾਈਡ ਕਰ ਰਹੇ ਹਾਂ 40.5, ਤਾਂ ਉਸਨੇ ਬੀ ਨੂੰ ਡਬਲ ਬਣਾਤਾ, ਆਨਸਰ ਵੀ ਡਬਲ ਚ ਆ ਗਿਆ। ਬਟ ਮੈਂ ਇੱਥੇ ਇਹਨਾਂ ਦਾ ਡੇਟਾ ਟਾਈਪ ਵੀ ਲਿਖ ਸਕਦਾ ਵੀ A ਤੇ B ਜਿਹੜੇ ਆ ਸਾਡੇ ਇੰਟ ਟਾਈਪ ਦੇ ਆ। ਠੀਕ ਹੈ, ਹੁਣ ਜਦੋਂ ਮੈਂ ਇੱਥੇ ਕੋਈ ਫਲੋਟਿੰਗ ਪੁਆਇੰਟ ਜਾਂ ਡਬਲ ਵੈਲਿਊ ਪਾਸ ਕਰੂੰਗਾ, ਕੰਪਿਊਟਰ ਉਸਨੂੰ ਪਹਿਲਾਂ ਇੰਟੀਜ਼ਰ ਚ ਕਨਵਰਟ ਕਰ ਦੂਗਾ ਕੰਪਾਈਲਰ। ਠੀਕ ਹੈ, ਉਸ ਦੇ ਅਕੋਰਡਿੰਗ ਸਾਡਾ ਆਨਸਰ ਆਊਗਾ। ਹੁਣ ਇਹ ਵੀ ਪੋਸੀਬਲ ਹੈ ਵੀ ਅਸੀਂ ਉਹਨੂੰ ਸਟ੍ਰਿਕਟਲੀ ਕਹਿ ਦਈਏ ਵੀ ਇਸ 'ਚ ਇੰਟੀਜ਼ਰ ਹੀ ਪਾਸ ਹੋਵੇ। ਠੀਕ ਹੈ, ਲਾਈਕ ਅਗਰ ਆਪਾਂ ਜੋ ਵੇਰੀਏਬਲ ਹੈ ਉਹ ਫਿਕਸ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਪਾਸ ਕਰਨੇ ਆਰਗੂਮੈਂਟ ਐਂਡ ਪੈਰਾਮੀਟਰਸ, ਫਿਰ ਆਪਾਂ ਟੌਪ ਤੇ ਫਸਟ ਲਾਈਨ 'ਚ ਲਿਖਾਂਗੇ ਡਿਕਲੇਅਰ ਸਟ੍ਰਿਕਟ ਟਾਈਪ ਇਕੁਅਲ ਟੂ 1। ਠੀਕ ਹੈ, ਸਪੋਜ਼ ਆਪਾਂ ਇੱਥੇ 5 ਪਾਸ ਕੀਤਾ ਹੈ, ਇੰਟੀਜ਼ਰ ਹੈ, ਆਪਣਾ ਆਨਸਰ ਕਿੰਨਾ ਆ ਗਿਆ 10 ਆ ਗਿਆ। ਹੁਣ ਸਪੋਜ਼ ਮੈਂ ਇੱਥੇ ਲਿਖਦਾ 5.5, ਸੇਵ। ਹੁਣ ਰਨ ਕਰੂੰਗਾ ਤਾਂ ਐਰਰ ਆਊਗਾ। ਐਰਰ ਕੀ ਹੈ, ਆਰਗੂਮੈਂਟ ਟੂ ਪਾਸ ਟੂ ਦਿਸ ਮਸਟ ਬੀ ਆਫ ਟਾਈਪ ਇੰਟੀਜ਼ਰ, ਤੇ ਆਪਾਂ ਪਾਸ ਕਿਹੜਾ ਕਰ ਰਹੇ ਹਾਂ ਫਲੋਟ। ਠੀਕ ਹੈ ਨਾ, ਅਗਰ ਮੈਂ ਇਹ ਲਾਈਨ ਨਾ ਲਿਖੀ ਹੁੰਦੀ ਸਪੋਜ਼, ਫਿਰ ਨਹੀਂ ਐਰਰ ਆਉਣਾ ਸੀ, ਫਿਰ ਉਸਨੇ 5.5 ਨੂੰ ਕਿਸ 'ਚ ਕਨਵਰਟ ਕਰ ਦੇਣਾ ਸੀ, ਸਿੰਪਲੀ ਇੰਟੀਜ਼ਰ 'ਚ ਕਨਵਰਟ ਕਰਕੇ ਚਲਾ ਦੇਣਾ ਸੀ। ਸੋ ਅਗਰ ਆਪਾਂ ਜਿਹੜੇ ਪੈਰਾਮੀਟਰ ਹੈ ਆਰਗੂਮੈਂਟ ਹੈ ਉਹਨਾਂ ਦੀ ਟਾਈਪ ਫਿਕਸ ਕਰਨਾ ਚਾਹੁੰਦੇ ਹਾਂ ਤਾਂ ਟੌਪ ਤੇ ਆਪਾਂ ਇਹ ਲਾਈਨ ਲਿਖਾਂਗੇ ਡਿਕਲੇਅਰ ਸਟ੍ਰਿਕਟ ਅੰਡਰਸਕੋਰ ਟਾਈਪ ਇਕੁਅਲ ਟੂ 1। ਇਹਦੇ ਨਾਲ ਕੀ ਹੋਊਗਾ, ਉਹਦਾ ਡੇਟਾ ਟਾਈਪ ਕੀ ਹੋ ਗਿਆ, ਫਿਕਸ ਹੋ ਗਏ ਵੀ ਇਹੀ ਹੋਣੇ ਚਾਹੀਦੇ। ਅਗਰ ਕੋਈ ਹੋਰ ਪਾਸ ਕਰਾਂਗੇ ਤਾਂ ਉਸ ਦੇ ਅਕੋਰਡਿੰਗ ਟਾਈਪ ਵੀ ਹੋ ਸਕਦਾ ਹੈ ਵੀ ਅਸੀਂ ਵੈਲਿਊ ਰਿਟਰਨ ਕਰਨੀ ਹੈ, ਜਦੋਂ ਆਪਾਂ ਵੈਲਿਊ ਸਿੰਪਲ ਰਿਟਰਨ ਕਰਨੀ ਹੈ। ਜਦੋਂ ਅਸੀਂ ਵੈਲਿਊ ਰਿਟਰਨ ਕਰਨੀ ਹੈ, ਰਿਟਰਨ ਕਰਨ ਦਾ ਮਤਲਬ ਹੈ ਅਸੀਂ ਆਊਟਪੁੱਟ ਇਸ ਜਗ੍ਹਾ ਨਹੀਂ ਫਾਈਂਡ ਕਰ ਰਹੇ, ਜਿੱਥੇ ਫੰਕਸ਼ਨ ਹੈ ਉੱਥੇ ਆਪਾਂ ਡਿਸਪਲੇ ਨਹੀਂ ਕੀਤੀ ਆਊਟਪੁੱਟ ਆਪਾਂ ਕਿੱਥੇ ਡਿਸਪਲੇ ਕਰ ਰਹੇ ਹਾਂ, ਜਿਹੜਾ ਆਨਸਰ ਹੈ ਉਹ ਵਾਪਸ ਕਿੱਥੇ ਸੈਂਡ ਕੀਤਾ ਜਾ ਰਿਹਾ, ਦੂਸਰੇ ਫੰਕਸ਼ਨ ਤੇ। ਜਿਵੇਂ ਆਪਾਂ ਗੱਲ ਕੀਤੀ ਹੈ 2 ਫੰਕਸ਼ਨ ਹੈ ਸਾਡੇ ਕੋਲ, 1 ਤੇ 2, ਇੱਥੋਂ ਪੈਰਾਮੀਟਰਸ ਸਾਡੇ ਥੱਲੇ ਆਏ, ਆਰਗੂਮੈਂਟਸ ਜਾਂ ਪੈਰਾਮੀਟਰਸ ਇੱਥੇ ਕੈਲਕੂਲੇਸ਼ਨ ਹੋ ਕੇ, ਜਿਵੇਂ 10 ਤੇ 20 ਥੱਲੇ ਆਏ, ਜਿਹੜੀ ਪਿਛਲੀ ਐਗਜ਼ਾਮਪਲ ਸੀ 10 ਤੇ 20 ਉੱਪਰੋਂ ਨੀਚੇ ਆ ਗਏ, ਆਪਾਂ ਇੱਥੇ 30 ਪ੍ਰਿੰਟ ਕਰਾਤਾ ਹੈ। ਬਟ ਹੁਣ ਮੈਂ ਇੱਥੇ ਪ੍ਰਿੰਟ ਨਹੀਂ ਕਰਾਣਾ 30, ਮੈਂ 30 ਨੂੰ ਵਾਪਸ ਭੇਜਣਾ ਉੱਪਰ, 30 ਵਾਪਸ ਉੱਪਰ ਜਾਊਗਾ ਤੇ ਉੱਪਰ ਜਾ ਕੇ ਪ੍ਰਿੰਟ ਹੋਊਗਾ। ਠੀਕ ਹੈ ਨਾ, ਜਿੱਥੇ ਉਹਨੂੰ ਕਾਲ ਕੀਤਾ ਜਾ ਰਿਹਾ, ਜਿਵੇਂ ਇਸ ਜਗ੍ਹਾ ਤੇ। ਹੁਣ ਇੱਥੇ ਮੈਂ ਸਮ ਦੇ ਵਿੱਚ ਕੀ ਪਾਸ ਕੀਤਾ ਹੈ 5 ਤੇ 10। ਠੀਕ ਹੈ, ਹੁਣ 5 ਤੇ 10 ਕਿੱਥੇ ਗਏ, x ਦੇ ਵਿੱਚ 5, y ਦੇ ਵਿੱਚ 10, z 5 + 10 15 ਨੂੰ ਮੈਂ ਕੀ ਕੀਤਾ ਰਿਟਰਨ, ਮਤਲਬ ਆਨਸਰ ਮੈਂ, ਜਦ ਕਿ ਬਾਕੀ ਐਗਜ਼ਾਮਪਲ 'ਚ ਆਪਾਂ ਕੀ ਕੀਤਾ ਸੀ ਇਕੋ $z, ਹੁਣ ਆਪਾਂ ਇੱਥੇ ਇਕੋ ਨਹੀਂ ਕੀਤਾ, ਹੁਣ ਆਪਾਂ ਇੱਥੇ ਕੀਤਾ ਰਿਟਰਨ, ਮਤਲਬ ਆਨਸਰ ਕਿੱਥੇ ਆ ਜੇ ਵਾਪਿਸ ਨੀਚੇ ਆਵੇ ਜਿੱਥੇ ਉਹਨੂੰ ਕਾਲਿੰਗ ਕੀਤਾ ਜਾ ਰਿਹਾ ਫੰਕਸ਼ਨ ਨੂੰ। ਸਿਮਿਲਰਲੀ 7 ਤੇ 13 ਪਾਸ ਕੀਤਾ ਹੈ, ਆਪਾਂ ਇਸ ਨੂੰ ਐਗਜ਼ਾਮਪਲ ਨੂੰ ਰਨ ਕਰਕੇ ਦੇਖਦੇ ਹਾਂ। ਠੀਕ ਹੈ, 10 5 + 10 15 7 + 13 20 2 + 4 6, ਮਤਲਬ ਇਹ ਕਿਸ ਟਾਈਪ ਦਾ ਫੰਕਸ਼ਨ ਬਣਿਆ ਸਾਡਾ, ਆਰਗੂਮੈਂਟ ਪਾਸ ਵੀ ਹੋ ਰਿਹਾ ਤੇ ਉੱਥੋਂ ਵੈਲਿਊਜ਼ ਰਿਟਰਨ ਵੀ ਹੋ ਰਹੀ ਹੈ, ਆਰਗੂਮੈਂਟ ਵੀ ਜਾ ਰਹੀਆਂ ਤੇ ਵੈਲਿਊਜ਼ ਕੀ ਹੋ ਰਹੀ ਹੈ ਸਾਡੀਆਂ ਰਿਟਰਨ ਵੀ ਹੋ ਰਹੇ ਆ। ਠੀਕ ਹੈ ਨਾ, ਇੱਕ ਜੇ ਆਪਾਂ ਇਹ ਫੰਕਸ਼ਨ ਕਿਸ ਦਾ ਟਾਈਪ ਦਾ, ਵਿਦ ਆਰਗੂਮੈਂਟ ਵਿਦ ਰਿਟਰਨ, ਆਪਾਂ ਇਸ ਦਾ ਰਿਟਰਨ ਟਾਈਪ ਵੀ ਫਿਕਸ ਕਰ ਸਕਦੇ ਹਾਂ। ਲਾਈਕ ਆਪਾਂ ਲਿਖਦੇ ਹਾਂ ਕੋਲਨ ਲਗਾ ਕੇ ਫਲੋਟ, ਦਿਸ ਮੀਨਸ ਇਸ ਦਾ ਰਿਟਰਨ ਟਾਈਪ ਕਿਸ ਟਾਈਪ ਦਾ ਹੋਊਗਾ, ਫਲੋਟ ਟਾਈਪ ਦਾ ਹੋਊਗਾ। ਠੀਕ ਹੈ, ਜਿਵੇਂ 1.2 a = 1.2, b = 5.2, ਆਨਸਰ ਕੀ ਆ ਗਿਆ ਆਪਣਾ 6 + 4, 6 + 4 ਆਪਾਂ ਰਿਟਰਨ ਕਰਾ ਲਿਆ, ਦੈਨ ਉਹ ਪ੍ਰਿੰਟਿੰਗ ਕੀਤਾ ਆਪਾਂ। ਠੀਕ ਹੈ ਨਾ, 6 + 6.4, ਮਤਲਬ ਅਗਰ ਆਪਾਂ ਨਹੀਂ ਲਿਖਾਂਗੇ ਆਨਸਰ ਸਾਡਾ ਵਰਕਿੰਗ ਹੋਊਗਾ, ਸੇਮ ਉਹੀ ਆਊਗਾ, ਬਟ ਆਪਾਂ ਇੱਥੇ ਉਹਨੂੰ ਬਾਉਂਡ ਕਰਤਾ ਵੀ ਜੋ ਰਿਟਰਨ ਟਾਈਪ ਹੈ ਫਲੋਟ ਹੀ ਹੋਣਾ ਚਾਹੀਦਾ। ਠੀਕ ਹੈ, ਕੋਈ ਡਬਲ ਜਾਂ ਕੋਈ ਹੋਰ ਡੇਟਾ ਟਾਈਪ ਨਹੀਂ ਹੋਣਾ ਚਾਹੀਦਾ, ਜੋ ਆਨਸਰ ਹੈ ਉਹ ਕੀ ਹੋਵੇ ਸਾਡਾ ਫਲੋਟ ਟਾਈਪ ਹੀ ਹੋਵੇ। ਠੀਕ ਹੈ, ਦੈਨ ਇਸ ਦੇ ਵਿੱਚ ਇਸ ਨੂੰ ਵੀ ਮੈਂ ਪੇਸਟ ਕਰ ਦਿੰਦਾ ਤੁਹਾਡੇ ਐਗਜ਼ਾਮਪਲਸ ਨੂੰ।
ਦੈਨ ਹੁਣ ਇੱਕ ਆਂਦਾ ਕਾਲ ਬਾਏ, ਜਿਹੜੀ ਇਹ ਪਾਸ ਹੋ ਰਹੀਆਂ ਵੈਲਿਊਜ਼, ਇਹ ਹੋ ਰਹੀਆਂ ਕਾਲ ਬਾਏ ਵੈਲਿਊ ਪਾਸ ਹੋ ਰਹੀਆਂ। ਜਿਵੇਂ ਆਪਾਂ ਇੱਕ ਐਗਜ਼ਾਮਪਲ ਦੇਖੀਏ, ਇੱਥੇ ਆਪਾਂ ਸਿੰਪਲ ਜੀ ਐਗਜ਼ਾਮਪਲ ਬਣਾਉਂਦੇ ਹਾਂ। ਹੁਣ ਜਦੋਂ ਅਸੀਂ ਇਹ 10 ਪਾਸ ਕੀਤਾ ਇਸ ਦੇ ਵਿੱਚ, ਏ ਦੇ ਵਿੱਚ ਜਿਵੇਂ ਇਹ 10 ਗਿਆ, ਜਾਂ ਆਪਾਂ ਇੱਥੇ ਵੀ ਇੱਕ ਵੈਲਿਊ ਲੈ ਲੈਂਦੇ ਹਾਂ, ਇਸ ਤਰੀਕੇ ਵੀ ਕਰ ਸਕਦੇ ਹਾਂ, ਲਾਈਕ ਇਜ਼ ਇਕੁਅਲ ਟੂ 10, ਏ ਨੂੰ ਪਾਸ ਕਰਤਾ ਡਾਲਰ ਏ ਨੂੰ, ਦੈਨ ਇਕੋ ਡਾਲਰ ਏ। ਸਿੰਪਲ ਐਗਜ਼ਾਮਪਲ ਬਣਾਉਂਦੇ ਆਪਾਂ ਪਹਿਲਾਂ। ਹੁਣ ਦੇਖੋ a ਦੀ ਵੈਲਿਊ ਕਿੰਨੀ ਹੈ 10, ਇਸ a ਨੂੰ ਮੈਂ ਪਾਸ ਕੀਤਾ ਹੈ ਇਸ ਜਗ੍ਹਾ ਤੇ, a ਦੀ ਵੈਲਿਊ ਕਿੰਨੀ ਹੋਗੀ, a is equal to a plus 5, ਯਾਨੀ ਕਿ a ਕਿੰਨਾ ਹੈ 10, 10 plus 5 15, a ਕਿੰਨਾ ਹੋ ਗਿਆ 15। ਉਸ ਤੋਂ ਬਾਅਦ ਜਦੋਂ ਫੰਕਸ਼ਨ ਖਤਮ ਹੋ ਗਿਆ, ਫਿਰ ਅਗਲੀ ਲਾਈਨ ਐਗਜ਼ੀਕਿਊਟ ਹੋਈ। ਇੱਥੇ ਜਦੋਂ a ਪ੍ਰਿੰਟ ਹੋਊਗਾ, a ਕਿਹੜਾ ਪ੍ਰਿੰਟ ਹੋਊਗਾ, 10 ਹੀ ਪ੍ਰਿੰਟ ਹੋਊਗਾ, ਇਹ ਵਾਲਾ, ਕਿਉਂਕਿ ਇਹ a ਤੇ ਇਹ ਦੋਨੇ ਅਲੱਗ-ਅਲੱਗ ਵੇਰੀਏਬਲਸ ਹਨ, ਸੇਮ ਵੇਰੀਏਬਲ ਨਹੀਂ ਹੈ। ਮੀਨਸ ਸਾਡੇ ਕੋਲ ਫੰਕਸ਼ਨ ਦੋ ਹਨ, ਇੱਕ ਇਸ ਦੇ ਵਿੱਚ ਹੈ a, ਇੱਕ ਇਸ ਦੇ ਵਿੱਚ a ਹੈ, a is equal to 10 ਹੈ, ਠੀਕ ਹੈ। ਉੱਪਰ ਜਦੋਂ a ਗਿਆ, ਜਦੋਂ ਆਪਾਂ ਇੱਥੇ ਵੈਲਿਊ ਸੈਂਡ ਕੀਤੀ, ਇੱਥੇ a ਦੀ ਵੈਲਿਊ ਮੈਂ ਜੋ ਮਰਜ਼ੀ ਕਰਤੀ, ਸਪੋਜ਼ 100 ਕਰਤੀ, ਜਿਵੇਂ ਆਪਣੀ ਐਗਜ਼ਾਮਪਲ ਦੇ ਵਿੱਚ ਆਪਾਂ 15 ਕਰਤੀ। ਜਦੋਂ ਮੈਂ ਇੱਥੇ ਪ੍ਰਿੰਟ ਕਰੂੰਗਾ ਤਾਂ ਨਿਊ ਵੈਲਿਊ ਆਊਗੀ, ਬਟ ਇੱਥੇ ਤਾਂ ਹਮੇਸ਼ਾ ਵੈਲਿਊ ਕੀ ਆਊਗੀ, 10 ਹੀ ਆਊਗੀ, ਠੀਕ ਹੈ। ਜਿਵੇਂ ਇਸ ਕੇਸ ਦੇ ਵਿੱਚ ਹੋ ਰਿਹਾ ਵੀ ਜੋ ਵੈਲਿਊ ਆਊਗੀ ਆਪਣੀ ਕਿਹੜੀ ਪ੍ਰਿੰਟ ਹੋ ਰਹੀ ਹੈ, ਉਹ 10 ਹੀ ਹੈ, ਕਿਉਂਕਿ a ਦੀ ਵੈਲਿਊ ਤਾਂ 10 ਹੈ। ਕਿਸ a ਦੀ ਵੈਲਿਊ 15 ਹੋਈ ਹੈ, ਇਸ a ਦੀ ਵੈਲਿਊ 15 ਹੋਈ ਹੈ। ਅਗਰ ਮੈਂ ਇਹ ਇੱਕੋ ਇਸ ਜਗ੍ਹਾ ਤੇ ਲਿਖ ਲਾਂ, ਫਿਰ ਆਪਣੀ ਆਂਸਰ 15 ਆਊਗਾ, ਠੀਕ ਹੈ ਨਾ, ਕਿਉਂਕਿ ਉੱਪਰ ਵਾਲੀ a ਦੀ ਵੈਲਿਊ 15 ਹੈ, ਬਟ ਜੋ ਨੀਚੇ ਵਾਲਾ a ਹੈ ਉਹ ਤਾਂ ਕੀ ਹੈ, 10 ਹੀ ਹੈ। ਹੁਣ ਅਗਰ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਵੈਲਿਊ ਹੈ ਉਹ ਇਸ ਦੀ ਵੀ ਚੇਂਜ ਹੋ ਜਾਏ, ਮਤਲਬ ਓਰੀਜਨਲ ਵੈਲਿਊ ਹੀ ਚੇਂਜ ਹੋਵੇ, ਇਸ ਨੂੰ, ਇਹ ਤਾਂ ਬੇਸਿਕਲੀ ਕੀ ਹੈ, ਕਾਲ ਬਾਈ ਵੈਲਿਊ ਚੱਲ ਰਿਹਾ, ਮਤਲਬ ਜਿਵੇਂ ਇੱਕ ਤਰ੍ਹਾਂ ਦੀ ਫੋਟੋ ਕਾਪੀ ਦੀ ਤਰ੍ਹਾਂ ਹੀ ਹੈ, ਵੀ ਇਸ 'ਚ ਵੈਲਿਊ ਪਾਸ ਕੀਤੀ, ਫੋਟੋ ਕਾਪੀ 'ਚ ਆਪਾਂ ਚੇਂਜਸ ਕਰਤੀਆਂ, ਬਟ ਓਰੀਜਨਲ ਤਾਂ ਐਜ਼ ਸੱਚ ਹੀ ਹੈ ਨਾ, ਓਰੀਜਨਲ 'ਚ ਕੋਈ ਚੇਂਜਸ ਨਹੀਂ ਹੋਈਆਂ। ਜਦੋਂ ਅਸੀਂ ਕਾਲ ਬਾਈ ਰੈਫਰੈਂਸ ਕਰਨਾ ਤਾਂ ਆਪਾਂ ਐਮਪਰਸੈਂਟ ਸਾਈਨ ਪਾਸ ਕਰਨਾ, ਐਂਡ ਵਾਲਾ ਸਾਈਨ ਪਾਸ ਕਰਨਾ ਹੈ। ਹੁਣ ਇਹ ਕੀ ਹੈ, ਰੈਫਰੈਂਸ ਦਾ ਮਤਲਬ ਹੁੰਦਾ ਹੈ ਜਦੋਂ ਦੋਨੇ ਵੇਰੀਏਬਲਸ ਬੇਸਿਕਲੀ ਇੱਕੋ ਹੋਣ, ਇੱਕੋ ਪੁਆਇੰਟ ਨੂੰ ਰੈਫਰ ਕਰਦੇ ਹੋਣ। ਜਦੋਂ ਮੈਂ ਹੁਣ a ਪ੍ਰਿੰਟ ਕਰੂੰਗਾ ਇੱਥੇ, ਹੁਣ a ਕਿੰਨਾ ਪ੍ਰਿੰਟ ਹੋ ਰਿਹਾ, 15 ਪ੍ਰਿੰਟ ਹੋ ਰਿਹਾ। ਜਦੋਂ ਮੈਂ ਇਸ ਤੋਂ ਬਿਨਾ ਪ੍ਰਿੰਟ ਕਰੂੰਗਾ a, ਫਿਰ ਕਿੰਨਾ ਪ੍ਰਿੰਟ ਹੋ ਰਿਹਾ, 10 ਪ੍ਰਿੰਟ ਹੋ ਰਿਹਾ, ਠੀਕ ਹੈ ਨਾ। ਰੈਫਰੈਂਸ ਵੇਰੀਏਬਲ ਕ੍ਰੀਏਟ ਕਿਵੇਂ ਕਰਨਾ, ਸਿੰਪਲ ਡਾਲਰ ਸਾਈਨ ਲਗਾ ਕੇ, ਡਾਲਰ ਸਾਈਨ ਲਗਾਵਾਂਗੇ, ਉਸ ਦੇ ਨਾਲ ਕੀ ਕ੍ਰੀਏਟ ਹੋ ਗਿਆ, ਰੈਫਰੈਂਸ ਵੇਰੀਏਬਲ। ਰੈਫਰੈਂਸ ਵੇਰੀਏਬਲ ਦਾ ਮਤਲਬ ਕੀ ਹੈ, ਇਹ a ਤੇ ਇਹ a ਸੇਮ ਚੀਜ਼ ਹੈ। ਇੱਥੇ ਜ਼ਰੂਰੀ ਨਹੀਂ ਵੀ ਆਪਾਂ ਉਹਦਾ ਨਾਮ a ਹੀ ਰੱਖਣਾ ਹੈ, ਜੋ ਮਰਜ਼ੀ ਨਾਮ ਰੱਖ ਦਿਓ, ਬੇਸਿਕਲੀ ਇਹ ਰਿਪਰੈਜ਼ੈਂਟ ਇਹ ਕਰਦਾ ਹੈ ਵੀ ਇਹ ਦੋਨੇ ਕੀ ਹੈ, ਰੈਫਰੈਂਸ ਵੇਰੀਏਬਲਸ ਹੈ, ਮਤਲਬ ਦੋਨੇ ਸੇਮ ਵੇਰੀਏਬਲਸ ਹੀ ਹਨ, ਠੀਕ ਹੈ ਨਾ। ਜਦੋਂ ਐਮਪਰਸੈਂਟ ਲਗਾਤਾ ਹੈ, ਦਿਸ ਮੀਨਸ ਇਹ a ਦੇ ਵਿੱਚ ਹੀ ਚੇਂਜਸ ਹੋਣਗੀਆਂ, ਓਰੀਜਨਲ ਦੇ ਵਿੱਚ ਹੀ ਚੇਂਜਸ ਹੋਣਗੇ, ਠੀਕ ਹੈ।